खोलेंगे और असी वचन पढ़ेंगे। प्रकाशित वाक्य 4 बाब 5 प्रकाशित वाक्य 4 बाब। ਅਤੇ ਸਿੰਘਾਸਨ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾਂ सिंहासन दे विचों ਬਿਜਲੀਆਂ ਦੀਆਂ जिथे ਲਿਸ਼ਕਾਂ यहोवा परमेश्वर विराजमान है उस सिंहासन दे अंदरों बिजली ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ ਬੱਦਲ ਦੀਆਂ ਆਵਾਜ਼ਾਂ ਅਤੇ ਗਰਜਾਂ ਨਿਕਲਦੀਆਂ ਹਨ ਅਤੇ ਸਿੰਘਾਸਨ ਦੇ ਮੂਹਰੇ ਅੱਗ ਦੇ 7 ਦੀਵੇ ਪਏ ਬਲਦੇ ਹਨ। सिंहासन ਦੇ ਮੂਹਰੇ 7 ਦੀਵੇ ਉੱਤੇ ਬਲਦੇ ਆ ਜਿਹੜੇ ਪਰਮੇਸ਼ਰ ਦੇ ਸੱਤੇ ਆਤਮੇ ਹਨ। ਜਿਹੜੇ ਪਰਮੇਸ਼ਵਰ ਦੇ ਸੱਤੇ ਆਤਮੇ ਅੱਜ ਅਸੀਂ ਇਹਨਾਂ 7 ਆਤਮਿਆਂ ਦੇ ਉੱਤੇ ਵਿਚਾਰ ਕਰਾਂਗੇ ਵੀ ਇਹ 7 ਆਤਮੇ ਕੀ ਆ, ਕਿਸ ਚੀਜ਼ ਨੂੰ ਦਰਸਾਉਂਦੇ ਆ। ਸੋ ਅੱਜ ਦੇ ਵਿੱਚ ਅਸੀਂ ਕੁਝ ਨਵੀਆਂ ਗੱਲਾਂ ਸਿੱਖਾਂਗੇ। ਸੋ ਇਹ ਜਿਹੜੇ 7 ਆਤਮੇ ਆ ਇਹ ਯਹੋਵਾ ਪਰਮੇਸ਼ਵਰ ਨੇ ਅਲੱਗ-ਅਲੱਗ ਇਹਦੇ ਭੇਤ ਦਿੱਤੇ ਆ ਔਰ ਇਹਦੀ ਜਿਹੜੀ ਭਵਿੱਖਬਾਣੀ ਆ ਉਹ ਯਸ਼ਾਇਆ ਨਬੀ ਨੇ ਪਹਿਲੋਂ ਹੀ 11 ਬਾਬ ਦੇ 2 ਆਇਤ ਦੇ ਵਿੱਚ ਕਰ ਦਿੱਤੇ ਸੀਗੇ ਔਰ 11 ਵਚਨ ਨੂੰ ਦੀ 2 ਆਇਤ ਨੂੰ ਅਸੀਂ ਪੜ੍ਹੀਏ। ਪਿਛਲੀ ਵਾਰ ਮੈਨੂੰ ਯਹੋਵਾ ਦਾ ਆਤਮਾ ਜੀ ਉਸ ਉੱਤੇ ਠਹਿਰੇਗਾ। ਪਹਿਲੀ ਗੱਲ ਆ ਯਹੋਵਾ ਦਾ ਆਤਮਾ, ਜਿਸ ਤਰ੍ਹਾਂ ਪਾਸਟਰ ਸਲੀਮ ਜੀ ਨੇ ਛੱਡਿਆ ਵੀ ਯਹੋਵਾ ਆਪਣੇ ਮੁਖ ਦਾ ਪ੍ਰਕਾਸ਼ ਤੁਹਾਡੇ ਉੱਤੇ ਚਮਕਾਵੇ, ਗਿਣਤੀ 6 ਬਾਬ ਦੀ 23, 24, 25 ਆ ਔਰ ਉਹ ਜਿਹੜਾ ਖੁਦਾ ਦਾ ਅਭਿਸ਼ੇਕ ਆ ਉਹ ਇੱਥੇ ਵੀ ਉਹੀ ਬੋਲ ਰਿਹਾ ਕਿ ਯਹੋਵਾ ਆਪਣਾ ਪੜੋ ਯਹੋਵਾ ਦਾ ਆਤਮਾ ਉਸ ਉੱਤੇ ਠਹਿਰੇਗਾ। ਯਹੋਵਾ ਦਾ ਆਤਮਾ ਉਸ ਉੱਤੇ ਠਹਿਰੇਗਾ। ਬੁੱਧ ਤੇ ਸਮਝ ਦਾ ਆਤਮਾ, ਪਹਿਲੀ ਗੱਲ ਯਹੋਵਾ ਦਾ ਆਤਮਾ, ਦੂਸਰੀ ਗੱਲ ਬੁੱਧ ਔਰ ਸਮਝ ਦਾ ਆਤਮਾ, ਸਲਾਹ ਤੇ ਸਮਰਥਾ ਦਾ ਆਤਮਾ, 3 ਹੋ ਗਿਆ ਸਲਾਹ ਅਤੇ ਸਮਰਥਾ ਦਾ ਆਤਮਾ, 5 ਹੋ ਗਿਆ ਯਹੋਵਾ ਦੇ ਗਿਆਨ ਅਤੇ ਭੈ ਦਾ ਯਹੋਵਾ ਦੇ ਆਤਮਾ, ਗਿਆਨ ਅਤੇ ਭੈ ਦਾ ਆਤਮਾ। ਇਹ 7 ਆਤਮੇ ਔਰ ਅਸੀਂ ਇਹ 7 ਆਤਮਿਆਂ ਨੂੰ ਅੱਜ ਅਸੀਂ ਸਟੱਡੀ ਕਰਾਂਗੇ। ਔਰ ਇੱਕ ਹੋਰ ਮੈਂ ਇਹਨੂੰ ਸਟੱਡੀ ਕਰ ਰਿਹਾ ਸੀ ਤਾਂ ਪ੍ਰਭੂ ਨੇ ਇੱਕ ਹੋਰ ਵਚਨ ਦਿੱਤਾ ਔਰ ਵੀ ਇੱਥੇ 7 ਆਤਮੇ ਆ ਔਰ ਜਦੋਂ ਅਸੀਂ ਕਹਾਵਤਾਂ ਦੀ ਕਿਤਾਬ ਪੜ੍ਹਦੇ ਆ ਤਾਂ ਉੱਥੇ 7 ਖੰਭੇ ਖੜੇ ਕੀਤੇ ਗਏ ਆ ਔਰ ਜਿਹੜਾ ਪਹਿਲਾ ਯਹੋਵਾ ਦਾ ਆਤਮਾ, ਦੂਸਰਾ ਬੋਲਿਓ ਬੁੱਧ ਤੇ ਸਮਝ ਦਾ ਆਤਮਾ। ਹਾਂਜੀ ਔਰ ਅਸੀਂ ਅੱਜ ਬੁੱਧ ਵੱਲ ਗੌਰ ਕਰਾਂਗੇ ਵੀ ਬੁੱਧ ਅਸਲ ਵਿੱਚ ਹੈ ਕੀ ਚੀਜ਼ ਹੈ। ਔਰ ਕਹਾਵਤਾਂ ਦੀ ਕਿਤਾਬ 9 ਬਾਬ ਦੀ 1 ਆਇਤ ਪੜ੍ਹੀ। ਬੁੱਧ ਨੇ ਆਪਣਾ ਘਰ ਬਣਾਇਆ ਹੈ। ਬੁੱਧ ਨੇ ਆਪਣਾ ਘਰ ਬਣਾਇਆ ਹੈ। ਉਸਨੇ ਆਪਣੇ 7 ਥੰਮ ਕੱਢ ਲਏ ਹਨ। ਉਸ ਨੇ ਆਪਣੇ 7 ਥੰਮ ਕੱਢਦੇ ਹਨ। ਇਹ ਜਿਹੜੇ 7 ਥੰਮ ਆ ਉਹ ਵੀ 7 ਥੰਮ ਇਹਨਾਂ ਚੀਜ਼ਾਂ ਨੂੰ ਦਰਸਾ ਰਹੇ ਆ। ਔਰ ਹੁਣ ਆਪਾਂ ਇਹ ਗੱਲ ਸੋਚਦੇ ਆ ਵੀ ਬੁੱਧ ਨੇ ਆਪਣਾ ਘਰ ਕਿੱਦਾਂ ਬਸਾ ਲਿਆ। ਦੁਆਰਾ ਪੜੋ ਕਹਾਵਤਾਂ 9 ਬਾਬ ਦੀ 1 ਆਇਤ। ਬੁੱਧ ਨੇ ਆਪਣਾ ਘਰ ਬਣਾਇਆ ਹੈ। ਬੁੱਧ ਨੇ ਆਪਣਾ ਘਰ ਬਣਾਇਆ ਹੈ। ਉਹਨੇ ਆਪਣੇ 7 ਥੰਮ ਕੱਢ ਲਏ ਹਨ। ਉਹਨੇ ਆਪਣੇ 7 ਆਤਮੇ 7 ਥੰਮ ਕੱਢਦੇ ਹਨ। ਔਰ ਬੁੱਧ ਨੇ ਆਪਣਾ ਘਰ ਕਿੱਦਾਂ ਬਣਾਇਆ। ਔਰ ਜਦੋਂ ਆਪਾਂ ਨਾ ਇੱਕ ਉਹਦੇ ਵਚਨ ਨੂੰ ਪੜ੍ਹੀ ਜਾਂਦੇ ਆ ਏਦਾਂ ਲਿਟਰੇਚਰ ਦੇ ਤੌਰ ਤੇ, ਇੱਕ ਕਿਤਾਬ ਦੇ ਤੌਰ ਤੇ ਜਾਂ ਇੱਕ ਅਖਬਾਰ ਦੇ ਤੌਰ ਤੇ, ਇੱਕ ਸਟੋਰੀ ਦੇ ਤੌਰ ਤੇ, ਇੱਕ ਨੋਵਲ ਦੇ ਤੌਰ ਤੇ, ਉਦੋਂ ਸਾਨੂੰ ਸਮਝ ਨਹੀਂ ਲੱਗਦੀ। ਲੇਕਿਨ ਇਹ ਬਹੁਤ ਬਾਈਬਲ ਦੇ ਅੰਦਰ ਬਹੁਤ ਵੱਡੇ ਗੁੱਝੇ ਭੇਤ ਆ ਜਿਹਨੂੰ ਸਮਝਣ ਦੇ ਲਈ ਇਹਦੇ ਵਿੱਚ ਸਾਨੂੰ ਡੁੱਬਣਾ ਪੈਂਦਾ ਹੈ। ਜਿਸ ਤਰ੍ਹਾਂ ਹਿਸਕੀਆ ਨਬੀ ਕਹਿੰਦਾ ਪਹਿਲੋਂ ਮੇਰੇ ਗਿੱਟੇ ਗਿੱਟੇ ਪਾਣੀ ਸੀ, ਗੋਡਿਆਂ ਤੱਕ ਆ ਗਿਆ, ਲੱਕ ਤੱਕ ਆ ਗਿਆ ਔਰ ਫਿਰ ਇੱਥੇ ਤੱਕ ਪਾਣੀ ਆ ਗਿਆ ਔਰ ਫਿਰ ਉਹ ਪੂਰਾ ਡੁੱਬ ਜਾਂਦਾ ਇਨਸਾਨ। ਉਦੋਂ ਇਹ ਭੇਤ ਉਹਦੇ ਉੱਤੇ ਪ੍ਰਗਟ ਹੁੰਦੇ ਆ। ਇਹ ਜਿਹੜਾ ਨਾ ਪਹਿਲੇ 9 ਬਾਬ ਦੀ 1 ਆਇਤ ਵੀ ਬੁੱਧ ਨੇ ਆਪਣਾ ਘਰ ਬਣਾ ਲਿਆ ਹੈ। ਇਹਦਾ ਮਤਲਬ ਆ ਕਿ ਇਹ ਪ੍ਰਭੂ ਯਿਸੂ ਮਸੀਹ ਨੂੰ ਕਹਿ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਦੇ ਉੱਤੇ ਆਣ ਕੇ ਉਹਦੇ ਅੰਦਰ ਇਹ ਸਾਰੇ 7 ਤਰ੍ਹਾਂ ਦੀ ਕੁਆਲਿਟੀ ਸੀਗੀ। ਇਹ ਪ੍ਰਭੂ ਯਿਸੂ ਮਸੀਹ ਦਾ ਭਵਿੱਖਬਾਣੀ ਕਰ ਰਹੀ ਆ ਇਹ ਵਚਨ। ਬੁੱਧ ਨੇ ਆਪਣਾ ਘਰ ਧਰਤੀ ਉੱਤੇ ਬਣਾ ਲਿਆ ਹੈ ਤੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਜਦੋਂ ਇੱਥੇ ਧਰਤੀ ਤੇ ਆਵੇਗਾ, ਜਦੋਂ ਇਹ ਕਿਤਾਬ ਲਿਖੀ ਗਈ ਨੀਤੀ ਵਚਨ ਕਹਾਵਤਾਂ ਦੀ ਕਿਤਾਬ ਲਿਖੀ ਗਈ, ਉਦੋਂ ਇਹ ਭਵਿੱਖਬਾਣੀ ਕਰ ਰਹੀ ਆ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਵੇਗਾ ਔਰ ਉਹਨੇ ਆਣ ਕੇ ਆਪਣੇ 7 ਥੰਮ ਖੜੇ ਕਰਨੇ ਆ ਔਰ ਇਹ 7 ਥੰਮ ਆ ਜਿਹੜੇ ਇਹ 7 ਆਤਮੇ ਆ। ਔਰ ਜਿਹੜਾ ਪਹਿਲਾ ਆ ਫਿਰ ਆਪਾਂ ਯਸ਼ਾਇਆ 11 ਚੱਲਾਂਗੇ
ਬੁੱਧ ਔਰ ਬੁੱਧ ਤੇ ਸਮਝ ਦਾ ਆਤਮਾ। ਬੁੱਧ ਹੈ ਜਿਹੜੀ, ਉਹਨੂੰ ਇੰਗਲਿਸ਼ 'ਚ ਕਹਿੰਦੇ ਆ ਵਿਜ਼ਡਮ। ਔਰ ਵਿਜ਼ਡਮ ਤੋਂ ਜਦੋਂ ਆਪਾਂ ਪੜ੍ਹਦੇ ਆ, ਵਿਜ਼ਡਮ ਦੇ ਉੱਤੇ ਗਹਿਰਾਈ ਨਾਲ ਚੱਲਦੇ ਆ, ਤਾਂ ਵਿਜ਼ਡਮ ਦਾ ਮਤਲਬ ਹੈਗਾ ਵੇ ਆਫ ਇੰਟੈਲੈਕਚੁਅਲ ਸਪਿਰਿਟ। ਪੂਰੀ ਫਾਰਮ, ਫੁੱਲ ਫਾਰਮ ਜਿਹੜੇ ਬੱਚੇ ਜਾਣ ਸਕਦੇ ਇਹਨੂੰ ਲਿਖ ਲੈਣ। ਵਿਜ਼ਡਮ ਦਾ ਮਤਲਬ ਹੁੰਦਾ ਵੇ ਆਫ ਇੰਟੈਲੈਕਚੁਅਲ ਸਪਿਰਿਟ ਐਂਡ ਡਿਵੈਲਪਮੈਂਟ ਆਫ ਮੈਨ। ਜਦੋਂ ਇਹ ਸ਼ਬਦ ਬਣਾਇਆ ਗਿਆ ਤਾਂ ਉਹਦੇ ਅੰਦਰ ਇਹ ਗਹਿਰਾਈ ਛੁਪੀ ਗਈ ਆ ਕਿ ਵੇ ਆਫ ਇੰਟੈਲੈਕਚੁਅਲ ਸਪਿਰਿਟ ਮਤਲਬ ਬੁੱਧੀਜੀਵੀਆਂ ਦਾ ਆਤਮਾ। ਔਰ ਜਿਹਦੇ ਅੰਦਰ ਇਹ ਆਤਮਾ ਆ ਜਾਊਗਾ, ਉਸ ਇਨਸਾਨ ਦੀ ਤਰੱਕੀ ਨੂੰ, ਉਸ ਇਨਸਾਨ ਦੇ ਵਿਕਾਸ ਨੂੰ ਕੋਈ ਵੀ ਰੋਕ ਨਹੀਂ ਸਕਦਾ। ਔਰ ਮੇਰੇ ਜਦੋਂ ਇੱਕ ਸਟੋਰੀ ਆਪਾਂ ਪੜ੍ਹਦੇ ਹੁੰਦੇ ਆ ਕਿ 5 ਚੀਜ਼ਾਂ ਇਸ ਦੁਨੀਆ ਦੇ ਉੱਤੇ ਇਕੱਠੀਆਂ ਹੁੰਦੀਆਂ, ਔਰ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਵੀ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਆ। ਨੰਬਰ 1 ਅਕਲ, ਵਿਜ਼ਡਮ ਜਿਹਨੂੰ ਬੁੱਧ ਕਹਿੰਦੇ ਆ। ਦੂਸਰੀ ਹਿੰਮਤ, ਗਿਆਨ, ਮਿਹਨਤ ਔਰ ਮਾਇਆ। ਇਹਨਾਂ 5 ਚੀਜ਼ਾਂ ਦੀ ਸ਼ਰਤ ਲੱਗ ਜਾਂਦੀ ਹੈ ਕਿ ਜੇ ਅਗਰ ਇਹ 5 ਚੀਜ਼ਾਂ ਇਨਸਾਨ ਦੇ ਕੋਲ ਆ ਜਾਣ ਤਾਂ ਉਹ ਆਪਣੀ ਜ਼ਿੰਦਗੀ ਨੂੰ ਕਿੱਦਾਂ ਕਰ ਸਕਦਾ। ਮਾਇਆ ਕਹਿੰਦੇ ਵੀ ਮੇਰੇ ਤੋਂ ਬਿਨਾਂ ਨਹੀਂ ਗੁਜ਼ਾਰਾ, ਹਿੰਮਤ ਕਹਿੰਦੇ ਮੇਰੇ ਤੋਂ ਬਿਨਾਂ ਨਹੀਂ ਗੁਜ਼ਾਰਾ, ਗਿਆਨ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਗੁਜ਼ਾਰਾ, ਔਰ ਅਕਲ ਕਹਿੰਦੀ ਮੇਰੇ ਤੋਂ ਬਿਨਾਂ ਨਹੀਂ ਗੁਜ਼ਾਰਾ, ਔਰ ਮੇਰੇ ਤੋਂ ਬਿਨਾਂ ਵੀ ਅਸੀਂ ਇਸ ਦੁਨੀਆ ਦੇ ਵਿੱਚ ਕੁਛ ਨਹੀਂ ਕਰ ਸਕਦੇ। ਲੇਕਿਨ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਅੱਵਲ ਚੀਜ਼ ਹੈ ਉਹ ਬੁੱਧ ਹੈ। ਜੇ ਅਗਰ ਇਨਸਾਨ ਦੇ ਕੋਲ ਬੁੱਧ ਹੋਊਗੀ, ਅਕਲ ਹੋਊਗਾ, ਵਿਜ਼ਡਮ ਹੋਊਗਾ, ਤਾਂ ਉਹ ਕਈ ਵਾਰੀ ਅਸੀਂ ਮਿਹਨਤ ਕਰੀ ਜਾਂਦੇ ਆ। ਜਿਸ ਤਰ੍ਹਾਂ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਜੇ ਅਗਰ ਯਹੋਵਾ ਹੀ ਘਰ ਨਾ ਬਣਾਏ ਤਾਂ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਆ। ਮੇਰੇ ਜਦੋਂ ਸਾਰੀ ਉਮਰ ਲੋਕ ਕਮਾਈ ਜਾਂਦੇ, ਲੇਕਿਨ ਉਹਨਾਂ ਨੂੰ ਕੰਮ ਤਰੀਕਾ ਹੀ ਨਹੀਂਗਾ। ਔਰ ਜਦੋਂ ਸਾਡੇ ਉੱਤੇ ਆਤਮਾ ਆ ਜਾਂਦਾ ਤਾਂ ਉਹ ਸਾਨੂੰ ਗਾਈਡ ਕਰਦਾ। ਮਤਲਬ ਕਿ ਵੇ ਆਫ ਇੰਟੈਲੈਕਚੁਅਲ ਸਪਿਰਿਟ ਐਂਡ ਡਿਵੈਲਪਮੈਂਟ ਆਫ ਮੈਨ। ਕਿ ਜਦੋਂ ਇਨਸਾਨ ਦੇ ਅੰਦਰ ਇਹ ਬੁੱਧ ਆਤਮਾ ਆ ਜਾਂਦਾ ਆ, ਔਰ ਅਕਲ ਸਭ ਤੋਂ ਵੱਡੀ ਚੀਜ਼ ਆ। ਅਕਲ ਹੋਊਗੀ ਤਾਂ ਅਸੀਂ ਮਿਹਨਤ ਕਰਾਂਗੇ, ਅਕਲ ਹੋਊਗੀ ਤਾਂ ਸਾਨੂੰ ਨੌਲੇਜ ਹੋਊਗੀ, ਅਕਲ ਹੋਊਗੀ ਤਾਂ ਅਸੀਂ ਮਾਇਆ ਵੀ ਕਮਾ ਸਕਾਂਗੇ, ਪੈਸਾ ਵੀ ਕਮਾ ਸਕਾਂਗੇ, ਅਕਲ ਹੋਊਗੀ ਤਾਂ ਅਸੀਂ ਮਤਲਬ ਹਿੰਮਤ ਵੀ ਆ ਜਿਹੜੀ ਉਹ ਅਕਲ ਦੇ ਨਾਲ ਹੀ ਕਿਤੇ ਲਗਾਉਣੀ ਪੈਂਦੀ ਆ। ਔਰ ਮੇਰੇ ਜਦੋਂ ਇਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਉੱਤਮ ਚੀਜ਼ ਆ ਉਹ ਹੈਗੀ ਅਕਲ, ਉਹ ਹੈਗੀ ਬੁੱਧ, ਉਹ ਹੈਗੀ ਵਿਜ਼ਡਮ। ਔਰ ਦੂਸਰਾ ਪੁਆਇੰਟ ਹੈ ਜਿਹੜਾ ਕਿ ਸਮਝ ਦਾ ਆਤਮਾ। ਔਰ ਮੇਰੇ ਜਿੱਦਾਂ ਆਪਾਂ ਯੂਸਫ ਬਾਰੇ, ਡੈਨੀਅਲ ਬਾਰੇ ਪੜ੍ਹਦੇ ਆ, ਜਦੋਂ ਉਹ ਸੁਪਨਾ ਆ ਜਾਂਦਾ ਹੈ ਰਾਜੇ ਨੂੰ, ਔਰ ਉਹਨੂੰ ਉਹਦਾ ਕੋਈ ਹੱਲ ਨਹੀਂ ਦੱਸਦਾ। ਉਹਦਾ ਸੋਈਆ ਉਹਨੂੰ ਕਹਿੰਦਾ ਕਿ ਇੱਕ ਆਦਮੀ ਹੈ ਜੇਲ੍ਹ ਦੇ ਵਿੱਚ ਜਿਹੜਾ ਤੈਨੂੰ ਇਸ ਸੁਪਨੇ ਦਾ ਅਰਥ ਦੱਸ ਸਕਦਾ, ਜਿਹੜਾ ਤੈਨੂੰ ਇਸ ਭੇਤ ਨੂੰ ਦੱਸ ਸਕਦਾ ਆ। ਔਰ ਮੇਰੇ ਜਦੋਂ ਉਹ ਭੇਤ ਉਹਨੇ ਦੱਸਿਆ ਅਕਲ ਦੇ ਨਾਲ, ਸਮਝ ਦੇ ਨਾਲ, ਉਹ ਭੇਤ ਉਹਦੇ ਉੱਤੇ ਖੋਲਿਆ ਔਰ ਉਹਨੇ ਕਿਹਾ ਕਿ ਸੱਚੇ ਦਿਵਤਿਆਂ ਦਾ ਆਤਮਾ ਤੇਰੇ ਅੰਦਰ ਆ। ਇਹ ਚੀਜ਼ ਡੈਨੀਅਲ ਦੇ ਅੰਦਰ ਸੀਗੀ। ਔਰ ਜਦੋਂ ਖੁਦਾ ਦਾ ਅਭਿਸ਼ੇਕ, ਯਹੋਵਾ ਪਰਮੇਸ਼ਵਰ ਦਾ ਆਤਮਾ, ਯਹੋਵਾ ਦਾ ਪ੍ਰਕਾਸ਼ ਸਾਡੇ ਉੱਤੇ ਚਮਕਦਾ ਤੇ ਅਕਲ ਵਾਲਾ ਆਤਮਾ ਵੀ ਸਾਡੇ ਅੰਦਰ ਆ ਜਾਂਦਾ ਹੈ। ਔਰ ਇਸ ਕਰਕੇ ਮੇਰੇ ਅਜ਼ੀਜ਼ੋ, ਸਭ ਤੋਂ ਜ਼ਰੂਰੀ ਚੀਜ਼ ਆ ਪਵਿੱਤਰ ਆਤਮਾ ਦਾ ਅਭਿਸ਼ੇਕ। ਕਹਿੰਦੇ ਨਾ ਯਹੋਵਾ ਆਪਣਾ ਮੁਖ ਦਾ ਪ੍ਰਕਾਸ਼ ਤੇਰੇ ਉੱਤੇ ਚਮਕਾਵੇ। ਜਿਹਦੇ ਉੱਤੇ ਯਹੋਵਾ ਦਾ ਪ੍ਰਕਾਸ਼ ਚਮਕ ਜਾਂਦਾ ਉਹ ਇਨਸਾਨ ਚੁੱਪ ਨਹੀਂ ਰਹਿ ਸਕਦਾ। ਜਿੱਦਾਂ ਆਪਾਂ ਕਹਿੰਦੇ ਆ ਕਿ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਨਹੀਂ ਰਹਿੰਦਾ, ਉਸ ਇਨਸਾਨ ਨੇ ਬੋਲਣਾ ਹੀ ਬੋਲਣਾ, ਕਿਉਂਕਿ ਖੁਦਾ ਦਾ ਅਭਿਸ਼ੇਕ ਉਹਦੇ ਅੰਦਰ ਅਛਾਲੇ ਮਾਰਦਾ ਆ ਕਿ ਅਸੀਂ ਆਹ ਵਚਨ ਪੜ੍ਹਨਾ, ਅਸੀਂ ਆਹ ਏਦਾਂ ਕਰਨਾ, ਆਹ ਗਵਾਹੀ ਦੇਣੀ, ਆਹ ਗਵਾਹੀ ਦੇਣੀ ਜਾਣੀ। ਲੇਕਿਨ ਕਈਆਂ ਜਗ੍ਹਾ ਤੇ, ਬਹੁਤ ਸਾਰੀਆਂ ਜਗ੍ਹਾ ਤੇ ਇਨਸਾਨ ਨੂੰ ਰੋਕਿਆ ਜਾਂਦਾ, ਉਹਦੇ ਮਸਾਂ ਨੂੰ ਦੱਬਿਆ ਜਾਂਦਾ ਹੈ। ਔਰ ਕਦੀ ਵੀ ਏਦਾਂ ਨਹੀਂ ਅਸੀਂ ਕਰਨਾ। ਪਵਿੱਤਰ ਆਤਮਾ ਪਾਏ ਇਨਸਾਨ ਇੱਕ ਦੂਜੇ ਨੂੰ ਅਸੀਂ ਦਲੇਰੀ ਵਾਲਾ ਆਤਮਾ ਦੇਣਾ। ਕਿਉਂਕਿ ਤਿਮੋਥੀਅਸ ਦੇ ਵਿੱਚ ਲਿਖਦਾ, ਪੌਲੁਸ ਤਿਮੋਥੀਅਸ ਨੂੰ ਲਿਖਦਾ ਕਿ ਜਿਹੜੀ ਦਾਤ ਤੈਨੂੰ ਦਿੱਤੀ ਆ ਹੁਣ ਇਸ ਦਾਤ ਨੂੰ ਚਮਕਾ ਦੇ। ਔਰ ਮੇਰੇ ਜਦੋਂ ਅਸੀਂ ਸਾਰਿਆਂ ਨੇ ਇਸ ਦਾਤ ਨੂੰ ਚਮਕਾਉਣਾ ਹੈ। ਔਰ ਦੂਸਰਾ ਜਿਹੜਾ ਅੱਗੇ ਹੈ ਸਲਾਹ ਔਰ ਸਮਰਥਾ ਦਾ ਆਤਮਾ। ਸਲਾਹ ਔਰ ਸਮਰਥਾ ਦਾ ਆਤਮਾ ਜਿਹੜਾ ਆ ਮੇਰੇ ਜਦੋਂ ਆਪਾਂ ਯਸ਼ਾਇਆ 9 ਬਾਬ ਦੀ 6 ਪੜ੍ਹਦੇ ਆ, ਪੜ੍ਹੋ, ਮਤਲਬ ਚੰਗਾ ਸਲਾਹ ਦੇਣ ਵਾਲਾ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ। ਪਵਿੱਤਰ ਆਤਮਾ ਜਿਹੜਾ ਆ ਉਹ ਸਾਨੂੰ ਗਾਈਡ ਕਰਦਾ ਹੈ। ਉਹ ਸਾਡੇ ਅੰਦਰੋਂ ਜਿਹੜੇ ਇਨਸਾਨ ਪਵਿੱਤਰ ਆਤਮਾ ਪਾਏ ਉਹ ਹੀ ਇਸ ਗੱਲ ਨੂੰ ਸਮਝ ਸਕਦੇ। ਅੰਦਰੋਂ ਇੱਕ ਆਵਾਜ਼ ਆਉਂਦੀ ਆ ਸਾਨੂੰ ਸੁਪਨੇ ਰਾਹੀਂ, ਦਰਸ਼ਨ ਰਾਹੀਂ, ਵਚਨ ਦੇ ਰਾਹੀਂ। ਖੁਦਾ ਕਈਆਂ ਤਰੀਕਿਆਂ ਦੇ ਨਾਲ ਸਾਡੇ ਨਾਲ ਗੱਲ ਕਰਦਾ।
ਕਦੀ ਕਦੀ ਆਪਣੇ ਦਾਸਾਂ ਨੂੰ ਭੇਜ ਕੇ ਵੀ ਸਾਡੇ ਨਾਲ ਗੱਲ ਕਰਦਾ ਕਿ ਇਸ ਰਸਤੇ ਵੱਲ ਨਹੀਂ ਜਾਣਾ, ਇਸ ਦਿਸ਼ਾ ਵੱਲ ਤੁਸੀਂ ਨਹੀਂ ਜਾਣਾ, ਇੱਧਰਲੇ ਪਾਸੇ ਤੁਸੀਂ ਘਰ ਨਹੀਂ ਬਣਾਉਣਾ। ਮਤਲਬ ਪਖੰਡਬਾਜ਼ੀਆਂ ਨਹੀਂ, ਬਾਬਾਗਿਰੀ ਨਹੀਂ, ਲੇਕਿਨ ਉਹ ਖੁਦਾ ਦਾ ਅਭਿਸ਼ੇਕ ਆ ਜਿਹੜਾ ਚਮਕਦਾ, ਔਰ ਇੱਕ ਆਦਮੀ ਤੇ ਨਹੀਂ, ਦੋ ਬੰਦਿਆਂ ਦੇ ਉੱਤੇ ਉਹ ਭੇਤ ਪ੍ਰਗਟ ਕਰੂਗਾ ਕਿ ਆਹ ਕੰਮ ਏਦਾਂ। ਜਦੋਂ ਦੋਨਾਂ ਦੀ ਸਲਾਹ ਮਿਲ ਜਾਏ ਤਾਂ ਇਹਦਾ ਮਤਲਬ ਕਿ ਉਹ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਆ ਉਹ ਵਚਨ। ਔਰ ਇਹ ਹੈਗਾ, ਹਾਂਜੀ ਪੜੋ 9 ਬਾਬ ਦੀ ਦਿਸ਼ਾ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ। ਇੱਥੇ ਪ੍ਰਭੂ ਯਿਸੂ ਮਸੀਹ ਵਾਲੀ ਭਵਿੱਖਬਾਣੀ ਹੋ ਰਹੀ ਆ ਯਸ਼ਾਇਆ ਨਬੀ ਦੇ ਦੁਆਰਾ 750 ਸਾਲ ਪਹਿਲਾਂ। ਹਾਂਜੀ, ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਸਾਨੂੰ ਇੱਕ ਪੁੱਤਰ ਪ੍ਰਭੂ ਯਿਸੂ ਮਸੀਹ ਬਖਸ਼ਿਆ ਜਾਵੇਗਾ, ਰਾਜ ਉਹਦੇ ਮੋਢੇ ਉੱਤੇ ਹੋਵੇਗਾ, ਰਾਜ ਉਹਦੇ ਮੋਢੇ ਉੱਤੇ ਹੋਵੇਗਾ, ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ। ਅਚਰਜ ਸਲਾਹੂ। ਬੋਲੋ ਹਾਲੇਲੂਇਆ। ਹਾਲੇਲੂਇਆ। ਮੇਰੇ ਅਜ਼ੀਜ਼ੋ, ਅਚਰਜ ਸਲਾਹੂ ਦਾ ਮਤਲਬ ਵੀ ਜਿਹੜਾ ਸਾਨੂੰ ਉਹ ਸਲਾਹਾਂ ਦੇਣ ਵਾਲਾ ਜਿਹੜੀਆਂ ਇਸ ਦੁਨੀਆ ਦੇ ਅੰਦਰ ਕੋਈ ਇਨਸਾਨ ਸਾਨੂੰ ਸਲਾਹ ਨਹੀਂ ਦੇ ਸਕਦਾ। ਸਲਾਹ ਔਰ ਮਸ਼ਵਰਾ ਦੇਣ ਵਾਲਾ ਉਹ ਹੈ ਖੁਦਾ ਦਾ ਅਭਿਸ਼ੇਕ, ਪਵਿੱਤਰ ਆਤਮਾ ਦੀ ਸਹਿਭਾਗਿਤਾ। ਔਰ ਜਦੋਂ ਪਵਿੱਤਰ ਆਤਮਾ ਸਾਡੇ ਅੰਦਰ ਬੋਲਦਾ ਆ ਤਾਂ ਉਹ ਕਹਿੰਦਾ ਕਿ ਇਸ ਧਰਤੀ ਨੂੰ ਚਮਕਾ ਦੇ। ਜਿੰਨੇ ਜਿਹੜੀ ਦਾਤ ਇਹਨੂੰ ਦਿੱਤੀ ਆ ਇਸ ਧਰਤੀ ਉੱਤੇ, ਜਿੰਨੇ ਲੋਕ ਸੁਣਦੇ ਉਸ ਦਾਤ ਦੇ ਦੁਆਰਾ ਸਾਰੇ ਲੋਕਾਂ ਨੂੰ ਉਸ ਅਭਿਸ਼ੇਕ ਨੂੰ ਚਮਕਾ ਦੇ। ਹਾਂਜੀ, ਅੱਗੇ ਜਦੋਂ ਆਪਾਂ ਸ਼ਕਤੀਮਾਨ ਪਰਮੇਸ਼ਵਰ, ਜੀ ਸ਼ਕਤੀਮਾਨ ਪਰਮੇਸ਼ਵਰ ਆ, ਅਨਾਦਿ ਪਿਤਾ, ਅਨਾਦਿ ਮਤਲਬ ਜਿਹਦਾ ਕੋਈ ਐਂਡ ਨਹੀਂ। ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਅਲਫਾ ਤੇ ਓਮੇਗਾ ਹਾਂ, ਮੈਂ ਹੀ ਸ਼ੁਰੂ ਹਾਂ ਤਾਂ ਮੈਂ ਹੀ ਐਂਡ ਹਾਂ, ਉਹਦਾ ਕੋਈ ਐਂਡ ਨਹੀਂ ਹੈ। ਅਨੰਤ ਕਾਲ ਦਾ ਪਰਮੇਸ਼ਵਰ। ਹਾਂਜੀ, ਸ਼ਾਂਤੀ ਦਾ ਰਾਜਕੁਮਾਰ, ਸ਼ਾਂਤੀ ਦਾ ਰਾਜਕੁਮਾਰ। ਮੇਰੇ ਅਜ਼ੀਜ਼ੋ, ਬੇਸ਼ੱਕ ਸਾਡੇ ਕੋਲ ਪੈਸਾ ਨਾ ਹੋਵੇ, ਲੇਕਿਨ ਸਾਡੇ ਘਰਾਂ ਦੇ ਵਿੱਚ, ਸਾਡੇ ਦਿਲਾਂ ਦੇ ਅੰਦਰ, ਸਾਡੇ ਬੱਚਿਆਂ ਦੇ ਅੰਦਰ, ਸਾਡੇ ਪਰਿਵਾਰਾਂ ਦੇ ਅੰਦਰ ਬਹੁਤ ਅੱਛੀ ਸੁੱਖ ਔਰ ਸ਼ਾਂਤੀ ਵਾਲਾ ਆਤਮਾ ਠਹਿਰਿਆ ਰਹੇਗਾ। ਜਦੋਂ ਸਾਡੇ ਘਰ ਦੇ ਅੰਦਰ ਪਵਿੱਤਰ ਆਤਮਾ ਹੋਵੇਗਾ ਤੇ ਅਸੀਂ ਲੜਾਂਗੇ ਨਹੀਂ ਆਪਸ ਵਿੱਚ, ਸਾਡੇ ਅੰਦਰ ਕੋਈ ਲੜਾਈ ਝਗੜਾ ਨਹੀਂ ਹੋਊਗਾ, ਸਾਡੇ ਅੰਦਰ ਕੋਈ ਛੋਟੀ ਛੋਟੀ ਗੱਲ ਦੇ ਉੱਤੇ ਅਸੀਂ ਇੱਕ ਦੂਜੇ ਨੂੰ ਮਾਰਨ ਨਹੀਂ ਪਵਾਂਗੇ, ਅਸੀਂ ਇੱਕ ਦੂਜੇ ਦੀ ਸਹਿਣ ਕਰ ਲਵਾਂਗੇ, ਸਾਡੇ ਬੱਚੇ ਸਾਡੇ ਕਹਿਣੇ ਕਰਦੇ ਹੋਣਗੇ। ਇਹੀ ਪਵਿੱਤਰ ਆਤਮਾ, ਇਹੀ ਸੁੱਖ ਔਰ ਸ਼ਾਂਤੀ ਵਾਲਾ ਆਤਮਾ ਹੈ। ਹਾਂਜੀ, ਔਰ ਜਿਹੜਾ ਹੈਗਾ ਸਮਰਥਾ ਦਾ ਆਤਮਾ, ਇਹ ਮਤਲਬ ਪਰਮੇਸ਼ਵਰ ਸਾਨੂੰ ਸ਼ਾਂਤੀ ਦਾ ਆਤਮਾ। ਹਾਂਜੀ, ਉਹ ਸ਼ਾਂਤੀ ਦੇਣ ਵਾਲਾ। ਔਰ ਅਗਲਾ ਹੈਗਾ ਸਮਰਥਾ ਦਾ ਆਤਮਾ, ਮਤਲਬ ਸਾਮਰਥ ਪਾਇਆ ਹੋਇਆ ਇਨਸਾਨ। ਕਿਉਂਕਿ ਖੁਦਾ ਦੇ ਪਾਕ ਕਲਾਮ ਚ ਰਸੂਲਾਂ ਦੀ ਇੱਕ ਬਾਬ ਦੀ 8 ਚ ਲਿਖਿਆ, ਰਸੂਲਾਂ ਦੇ ਕਰਤਬ ਚ, ਕਿ ਜਦੋਂ ਤੱਕ ਪੜ੍ਹੋ ਜਦ ਪੈਂਤੀਕੋਸਤ ਦਾ ਦਿਨ ਆਇਆ, ਜੀ, ਉਹ ਸਭ ਇੱਕ ਥਾਂ ਇਕੱਠੇ ਸਨ। ਜਦੋਂ ਪੈਂਟੀਕੋਸਤ ਦਾ ਦਿਨ ਆਇਆ ਤਾਂ ਸਾਰੇ ਚੇਲੇ ਪ੍ਰਭੂ ਯਿਸੂ ਮਸੀਹ ਦੇ ਇੱਕ ਜਗ੍ਹਾ ਇਕੱਠੇ ਸੀ। ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ, ਪ੍ਰਭੂ ਯਿਸੂ ਮਸੀਹ ਵੀ ਉਹਨਾਂ ਦੇ ਨਾਲ ਸੀਗਾ। ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ, ਜਿਸ ਤਰ੍ਹਾਂ ਬਹੁਤ ਵੱਡੀ ਇੱਕ ਹਨੇਰੀ ਵਗ ਰਹੀ ਸੀ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ। ਉਸ ਘਰ ਦੇ ਨਾਲ, ਹਨੇਰੀ ਦੇ ਨਾਲ, ਉਸ ਗੂੰਜ ਦੇ ਨਾਲ ਸਾਰਾ ਘਰ ਭਰ ਗਿਆ। ਔਰ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ। 8 ਹਾਂਜੀ 8 ਮਿੰਟ। ਫਿਰ ਕਿਕਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮੀ ਦੀ ਭਾਖਿਆ ਸੁਣਦਾ ਹੈ। ਅਸੀਂ ਜਿਹੜੇ ਪਾਰਥੀ ਔਰ ਮੇਦੀ ਔਰ ਇਲਾਮੀ ਹਾਂ। 8 ਜੀ, ਇੱਕ ਬਾਤ ਦੀ 8। ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਰਸੂਲਾਂ ਦੇ ਕਰਤੱਵ ਸ਼ਕਤੀ ਪਾਓਗੇ। ਤਾਂ ਤੁਸੀਂ ਸ਼ਕਤੀ ਔਰ ਸਾਮਰਥ ਪਾਓਗੇ। ਮੇਰੇ ਜ਼ਿਲੋ ਇਹ ਹੈ ਸ਼ਕਤੀ ਔਰ ਸਾਮਰਥ ਦਾ ਆਤਮਾ। ਮੇਰੇ ਜਦੋਂ ਦਲੇਰੀ ਤੁਹਾਡੇ ਅੰਦਰ ਆ ਜਾਵੇਗੀ ਫਿਰ ਤੁਸੀਂ ਚੁੱਪ ਨਹੀਂ ਰਹਿ ਜਾਓਗੇ। ਮੇਰੇ ਜਦੋਂ ਜਿਹਨੂੰ ਤੁਸੀਂ ਕਹਿ ਦਿੱਤਾ ਕਿ ਇੱਕ ਜਾ, ਬਾਪ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇ, ਤੁਹਾਡੇ ਘਰ ਦੇ ਵਿੱਚ ਕਿਸੇ ਗੱਲ ਦੀ ਕਮੀ ਘਟੀ ਕਮਜ਼ੋਰੀ ਨਾ ਆਵੇ। ਜੇਕਰ ਅਸੀਂ ਪਵਿੱਤਰ ਆਤਮਾ ਦੀ ਸਾਮਰਥ ਲੈ ਕੇ, ਰੋਜ਼ਾ ਰੱਖ ਕੇ, ਪ੍ਰਾਰਥਨਾ ਕਰਕੇ ਕਿਸੇ ਦੇ ਘਰ ਜਾਵਾਂਗੇ, ਜਿਹੜੇ ਸ਼ਬਦ ਸਾਡੇ ਮੂੰਹ ਦੇ ਅੰਦਰੋਂ ਨਿਕਲ ਜਾਣਗੇ ਉਹ ਸ਼ਬਦ ਪੂਰੇ ਹੋਣਗੇ। ਔਰ ਇਹ ਹੈ ਸਾਮਰਥ ਦਾ ਆਤਮਾ। ਅਰਥਾਤ ਯਿਸੂ ਨਾਸਰੀ ਭਈ ਪਰਮੇਸ਼ਵਰ ਨੇ ਕਿਸ ਵਿਧ ਨਾਲ ਉਹਨੂੰ ਪਵਿੱਤਰ ਆਤਮਾ ਦੇ ਸਮਰਥਾ ਨਾਲ ਮਸਾ ਕੀਤਾ, ਜੀ, ਜੋ ਉਹ ਭਲਾ ਕਰਦਾ ਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ। ਕਿਉਂ ਜੋ ਪਰਮੇਸ਼ਵਰ ਪ੍ਰਭੂ ਦੇ ਯਿਸੂ ਨਾਲ ਮਸੀਹ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਸਾਮਰਥ ਔਰ ਸ਼ਕਤੀ ਸੀ, ਜਿਹਨੂੰ ਪ੍ਰਭੂ ਯਿਸੂ ਮਸੀਹ ਕਹਿੰਦਾ ਸੀ ਵੀ ਜਾ ਆਪਣਾ ਬਿਸਤਰਾ ਚੁੱਕ ਤੇ ਚੰਗਾ ਹੋ ਜਾ। ਜਿੱਦਾਂ 38 ਸਾਲ ਦੇ ਰੋਗੀਆਂ ਨੂੰ ਮੂੰਹ ਦੇ ਵਿੱਚੋਂ ਸ਼ਬਦ ਹੀ ਕੱਢਿਆ ਕਿ ਜਾ ਤੈਨੂੰ ਤੇਰੇ ਗੁਨਾਹ ਬਖਸ਼ੇ ਗਏ, ਔਰ ਜਾ ਆਪਣੀ ਮੰਜੀ ਚੁੱਕ
ਤੇ ਘਰ ਨੂੰ ਸਜਾਇਆ। ਇਸੇ ਤਰ੍ਹਾਂ ਅੰਨ੍ਹਿਆਂ ਨੂੰ ਅੱਖਾਂ ਦਿਖਾਵੇ, ਮਤਲਬ ਉਹਦੇ ਅੰਦਰ ਇੱਕ ਖਾਸ ਸਾਮਰਥ ਸੀਗੀ। ਔਰ ਇੱਥੇ ਸਾਨੂੰ ਖੁਦਾ ਦਾ ਆਤਮਾ ਕਹਿ ਰਿਹਾ ਕਿ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਹਾਸਲ ਨਾ ਕਰੋ, ਸਾਮਰਥ ਹਾਸਲ ਨਾ ਕਰੋ, ਤਾਂ ਆਪਣੇ ਸ਼ਹਿਰ ਦੇ ਵਿੱਚ ਠਹਿਰੇ ਰਹੋ। ਔਰ ਮੇਰੇ ਅਸੀਂ ਇਸ ਪਵਿੱਤਰ ਆਤਮਾ ਦੇ ਅਭਿਸ਼ੇਕ ਨੂੰ ਲੱਭਣਾ ਹੈ, ਔਰ ਉਨੀ ਦੇਰ ਤੱਕ ਅਸੀਂ ਰੋਜ਼ੇ ਰੱਖਣੇ। ਖੁਦਾ ਦਾ ਅਭਿਸ਼ੇਕ ਜਦ ਤੱਕ ਸਾਨੂੰ ਮਿਲ ਨਹੀਂ ਜਾਂਦਾ, ਉਨੀ ਦੇਰ ਤੱਕ ਅਸੀਂ ਰੋਜ਼ੇ ਪ੍ਰਾਰਥਨਾਵਾਂ ਕਰੀ ਜਾਣੀਆਂ। ਜਿਸ ਤਰ੍ਹਾਂ ਖੁਦਾ ਦੇ ਪਾਕ ਕਲਾਮ 'ਚ ਲਿਖਿਆ ਕਿ ਧੰਨ ਉਹ ਇਨਸਾਨ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਦੇ ਭੁੱਖੇ ਤੇ ਪਿਆਸੇ। ਔਰ ਜਿਸ ਤਰ੍ਹਾਂ 42 ਬਾਬ ਤੇ 1 'ਚ ਲਿਖਿਆ ਜ਼ਬੂਰਾਂ ਦੇ ਵਿੱਚ ਕਿ ਜਿਸ ਤਰ੍ਹਾਂ ਇੱਕ ਫਿਰਨੀ ਪਾਣੀ ਦੇ ਸੋਮਿਆਂ ਨੂੰ ਲੋਚਦੀ, ਉਸੇ ਤਰ੍ਹਾਂ ਮੈਂ ਤੁਹਾਡੇ ਅਭਿਸ਼ੇਕ ਨੂੰ ਲੋਚਦਾ ਹਾਂ। ਇਸੇ ਤਰ੍ਹਾਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਅਭਿਸ਼ੇਕ ਨੂੰ ਲੋਚਣਾ ਹੈ। ਔਰ ਅਗਲਾ ਹੈਗਾ ਯਹੋਵਾ ਦੇ ਗਿਆਨ ਔਰ ਭੈ ਦਾ ਆਤਮਾ। ਹਾਂਜੀ ਪੜੋ ਦਿਸ਼ਾ 11:2 6 ਨੰਬਰ 7 ਨੰਬਰ 11:2 ਪੜੋ ਦਿਸ਼ਾ। ਯਹੋਵਾ ਦੇ ਗਿਆਨ ਯਹੋਵਾ ਦਾ ਆਤਮਾ ਉਸ ਉੱਤੇ ਠਹਿਰੇਗਾ ਜੀ। ਬੁੱਧ ਤੇ ਸਮਝ ਦਾ ਆਤਮਾ, ਇਹ ਹੋ ਗਿਆ ਬੁੱਧ ਔਰ ਸਮਝ ਦਾ ਆਤਮਾ ਵੀ ਹੋ ਗਿਆ। ਸਲਾਹ ਤੇ ਸਮਰਥਾ ਦਾ ਆਤਮਾ, ਸਲਾਹ ਔਰ ਸਮਰਥਾ ਦਾ ਆਤਮਾ ਵੀ ਹੋ ਗਿਆ। ਯਹੋਵਾ ਦੇ ਗਿਆਨ ਅਤੇ ਭੈ ਦਾ ਆਤਮਾ। ਯਹੋਵਾ ਦੇ ਗਿਆਨ ਔਰ ਭੈ ਦਾ ਆਤਮਾ। ਹੁਣ ਮੇਰੇ ਜਦੋਂ ਆਪਾਂ ਯਹੋਵਾ ਦੇ ਗਿਆਨ ਨੂੰ ਲੱਭਣਾ ਹੈ, ਸਾਨੂੰ ਹੁਣ ਜਦੋਂ ਅਸੀਂ ਹੋਸ਼ਿਆ ਨਬੀ ਦੀ ਪੁਸਤਕ ਪੜ੍ਹਦੇ 4 ਬਾਬ ਦੇ 6 ਦੇ ਵਿੱਚ ਉੱਥੇ ਲਿਖਿਆ ਗਿਆ ਕਿ ਬਿਨਾਂ ਗਿਆਨ ਤੋਂ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ। ਮੇਰੇ ਜਦੋਂ ਪ੍ਰਭੂ ਯਿਸੂ ਮਸੀਹ ਦਾ ਇਹ ਫਰਮਾਨ ਆ ਕਿ ਵੱਧ ਤੋਂ ਵੱਧ ਵਚਨ ਦੀ ਖੋਜ ਕਰੋ, ਵੱਧ ਤੋਂ ਵੱਧ ਵਚਨ ਨੂੰ ਲੱਭੋ, ਵੱਧ ਤੋਂ ਵੱਧ ਵਚਨ ਦੀ ਨੌਲੇਜ, ਵੱਧ ਤੋਂ ਵੱਧ ਵਚਨ ਦਾ ਗਿਆਨ ਸਾਡੇ ਅੰਦਰ ਹੋਣਾ ਚਾਹੀਦਾ। ਤਾਂ ਹੀ ਅਸੀਂ ਸ਼ੈਤਾਨ ਦੇ ਛਲ ਛਿੱਤਰਾਂ ਤੋਂ ਬਚ ਸਕਦੇ ਹਾਂ। ਔਰ ਜੇ ਅਗਰ ਸਾਡੇ ਨਾਲ ਕੋਈ ਗੱਲ ਕਰੇ ਤਾਂ ਅਸੀਂ ਉਹਨੂੰ ਇੱਕਦਮ ਜਵਾਬ ਦੇ ਸਕਦੇ ਵੀ ਇੱਥੇ ਆਹ ਚੀਜ਼ ਇੱਦਾਂ ਆ, ਇੱਥੇ ਆਹ ਚੀਜ਼ ਇੱਦਾਂ। ਇਸ ਕਰਕੇ ਪ੍ਰਭੂ ਦੇ ਵਚਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ। ਔਰ ਇੱਕ ਹੋਰ ਵਚਨ ਪੜ੍ਹੀਏ 15 ਬਾਬ ਦੀ 14 ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ। ਸਮਝ ਵਾਲੇ ਦਾ ਮਨ ਹਮੇਸ਼ਾ ਗਿਆਨ ਦੀ ਖੋਜ ਕਰਦਾ ਹੈ। ਉਹ ਚਾਹੁੰਦਾ ਆ, ਉਹਦੇ ਅੰਦਰ ਇੱਕ ਇਹੋ ਜਿਹੀ ਸਪਿਰਿਟ ਆ ਕਿ ਉਹ ਸੋਚਦਾ ਰਹਿੰਦਾ, ਉੱਠਦਾ ਬੈਠਦਾ, ਸੋਚਦਾ, ਆਪਣੇ ਬੱਚਿਆਂ ਦੇ ਨਾਲ ਵੀ ਡਿਸਕਸ ਕਰਦਾ ਰਹਿੰਦਾ ਵੀ ਇੱਥੇ ਇਦਾਂ ਬਚਨ ਆ, ਇੱਥੇ ਇਦਾਂ ਬਚਨ ਆ, ਇਹਦਾ ਮਤਲਬ ਕੀ ਨਿਕਲਦਾ, ਇਹਦਾ ਮਤਲਬ ਕੀ ਨਿਕਲਦਾ। ਤੇ 24 ਘੰਟੇ ਜਿਸ ਤਰ੍ਹਾਂ ਵਿਵਸਥਾ ਦਾ 6 ਬਾਬ ਦੇ ਵਿੱਚ ਲਿਖਿਆ ਪਿਆ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਉੱਠਦੇ ਬੈਠਦੇ ਕੰਮ ਕਰਦੇ, ਆਪਣੇ ਘਰ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ, ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਯਹੋਵਾ ਪਰਮੇਸ਼ਵਰ ਦੇ ਗਿਆਨ ਦੀਆਂ ਗੱਲਾਂ ਕਰਦੇ ਰਹੋ, ਯਹੋਵਾ ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਕਰਦੇ ਰਹੋ। ਔਰ ਉਸ ਘਰ ਦੇ ਵਿੱਚ ਸੁੱਖ ਔਰ ਸ਼ਾਂਤੀ ਵਾਲਾ ਆਤਮਾ ਆਪਣੇ ਆਪ ਠਹਿਰਿਆ ਰਹੂਗਾ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ, ਯਹੋਵਾ ਪਰਮੇਸ਼ਵਰ ਨੇ ਆਪਣੇ ਤੋਂ ਵੱਧ ਵਚਨ ਨੂੰ ਅਹਿਮੀਅਤ ਦਿੱਤੀ ਹੈ। ਆਪਣੇ ਤੋਂ ਵੱਧ ਮੇਰੇ ਕੋਲ ਜ਼ਬੂਰਾਂ ਦੀ ਪੋਥੀ 12 ਬਾਬ ਦੇ ਵਿੱਚ ਲਿਖਿਆ ਕਿ ਯਹੋਵਾ ਨੇ ਆਪਣੇ ਤੋਂ ਵੱਧ ਵਚਨ ਨੂੰ ਆਦਰ ਮਾਨ ਦਿੱਤਾ ਹੈ। ਔਰ ਇਹ 7 ਵਾਰ ਬਾਣੀ ਜਿਹੜੀ ਆ ਉਹ ਨਿਰਬਲ ਕੀਤੀ ਗਈ ਹੈ। ਔਰ ਮੇਰੇ ਜਦੋਂ ਅਸੀਂ ਦਿਨ ਰਾਤ ਯਹੋਵਾ ਪਰਮੇਸ਼ਵਰ ਦੇ ਵਚਨਾਂ ਨੂੰ ਲੱਭਦੇ ਰਹਿਣਾ ਹੈ। ਯਹੋਵਾ ਦੇ ਵਚਨ ਪਾਕ ਵਚਨ ਹਨ ਜੀ, ਯਹੋਵਾ ਦੇ ਵਚਨ ਪਾਕ ਵਚਨ ਹਨ। ਉਹ ਚਾਂਦੀ ਵਰਗੇ ਜਿਹੜੀ ਮਿੱਟੀ ਦੀ ਭੱਠੀ ਵਿੱਚ ਤਾਈ ਹੋਈ ਹੈ। ਉਹ ਉਸ ਚਾਂਦੀ ਵਰਗੇ ਆ ਜਿਹੜੇ ਮਿੱਟੀ ਦੇ ਭੱਠੀ ਦੇ ਵਿੱਚੋਂ ਤਾ ਕੇ ਮਤਲਬ ਹੈ ਪਿਓਰ ਹੋ ਕੇ ਆਉਂਦੇ ਹਨ। ਅਤੇ 7 ਵਾਰੀ ਨਿਰਮਲ ਕੀਤੀ ਹੋਈ ਹੈ। 7 ਵਾਰੀ ਨਿਰਮਲ ਕੀਤਾ ਗਿਆ। ਯਹੋਵਾ ਦਾ ਬਾਣੀ ਜਿਹੜੀ ਆ, ਯਹੋਵਾ ਪਰਮੇਸ਼ਵਰ ਦਾ ਵਚਨ ਹੈ ਜਿਹੜਾ, ਇਹ 7 ਵਾਰ ਨਿਰਮਲ ਕੀਤਾ ਗਿਆ। ਔਰ ਖੁਦਾ ਦਾ ਪਾਕ ਕਲਾਮ ਦੱਸਦੇ ਆ ਕਿ ਯਹੋਵਾ ਦਾ ਵਚਨ ਜ਼ਬੂਰਾਂ ਦੇ ਵਿੱਚ ਲਿਖਿਆ ਗਿਆ ਕਿ ਪਰਮੇਸ਼ਵਰ ਦਾ ਵਚਨ ਮੇਰੇ ਲਈ ਸ਼ਹਿਦ ਤੋਂ ਵੀ ਮਿੱਠਾ ਆ। ਪਰਮੇਸ਼ਵਰ ਦਾ ਵਚਨ ਇੱਕ ਘੋੜੇ ਦੀ ਮਾਨਦ ਆ। ਪਰਮੇਸ਼ਵਰ ਦਾ ਵਚਨ ਇੱਕ ਆਇਨਾ ਆ। ਪਰਮੇਸ਼ਵਰ ਦਾ ਵਚਨ ਦਾਊਦ ਨਬੀ ਜੀ ਲਿਖਦਾ ਕਿ ਮੇਰੇ ਲਈ ਸੋਨੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਵੀ ਅਨਮੋਲ ਰਤਨ ਆ। ਔਰ ਮੇਰੇ ਜਦੋਂ ਇਹ ਪ੍ਰਭੂ ਯਹੋਵਾ ਪਰਮੇਸ਼ਵਰ ਦਾ ਵਚਨ ਬਹੁਤ ਵੱਡੀ ਇੱਕ ਚੀਜ਼ ਆ। ਦਿਨ ਰਾਤ ਇਹਨੂੰ ਲੱਭੋ, ਆਪਣੇ ਬੱਚਿਆਂ ਨੂੰ ਕਹੋ ਕਿ ਇਹਨੂੰ ਯਹੋਵਾ ਪਰਮੇਸ਼ਵਰ ਦੇ ਵਚਨ ਨੂੰ ਲੱਭੋ, ਇਹਨਾਂ ਦੀ ਖੋਜ ਕਰੋ ਦਿਨ ਪਰ ਦਿਨ, ਅੱਜ ਹੋਰ ਕੱਲ ਹੋਰ। ਜੋ ਤੁਸੀਂ ਇਦਾਂ ਬਹੁਤ ਸ਼ੌਕ ਦੇ ਨਾਲ ਪੜ੍ਹੋਗੇ ਔਰ ਦਿਨ ਪਰ ਦਿਨ ਤੁਹਾਡਾ ਸ਼ੌਕ ਵੱਧਦਾ ਜਾਊਗਾ। ਔਰ ਇੱਕ ਦਿਨ ਇਸ ਤਰ੍ਹਾਂ ਆ ਜਾਊਗਾ ਕਿ ਤੁਹਾਨੂੰ ਬਹੁਤ ਜ਼ਿਆਦਾ ਬਾਈਬਲ ਦਾ ਗਿਆਨ ਹੋ ਜਾਵੇਗਾ, ਬਹੁਤ ਜ਼ਿਆਦਾ ਪ੍ਰਭੂ ਦੇ ਵਚਨਾਂ ਦਾ ਗਿਆਨ ਹੋ ਜਾਵੇਗਾ। ਔਰ ਦੂਸਰਾ ਗੱਲ ਹੈ ਕਿ 7ਵਾਂ ਨੰਬਰ ਹੈ ਭੈ ਦਾ ਆਤਮਾ। ਔਰ ਇਹਦੇ ਲਈ ਆਪਾਂ ਕਹੋਤਾਂ ਦੀ ਕਿਤਾਬ 9 ਬਾਬ ਦੀ 10 ਅੰਕ ਪੜ੍ਹੀਏ। ਯਹੋਵਾ ਦਾ ਭੈ ਬੁੱਧ ਦਾ ਮੁੱਢ ਹੈ। ਯਹੋਵਾ ਦਾ ਭੈ, ਯਹੋਵਾ ਦਾ ਡਰ ਬੁੱਧ ਦਾ ਮੁੱਢ ਹੈ, ਬੁੱਧ ਦੀ ਸ਼ੁਰੂਆਤ ਹੈ। ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਮੇਰੇ ਅਜ਼ੀਜ਼ੋ, ਆਪਣੇ ਦਿਲਾਂ ਦੇ ਵਿੱਚ ਹਮੇਸ਼ਾ ਯਹੋਵਾ ਪਰਮੇਸ਼ਵਰ ਦਾ ਡਰ ਖੌਫ ਬਣਾ ਕੇ ਰੱਖਣਾ।
ਔਰ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਪਰਮੇਸ਼ਵਰ ਦੇ ਵਚਨਾਂ ਦੇ ਡਰ ਖੌਫ ਦੇ ਅੰਦਰ ਹੀ ਬਤੀਤ ਕਰਨੀ ਹੈ। ਔਰ ਮੇਰੇ ਜਦੋਂ ਇਹ ਸਾਡੇ ਅੰਦਰ ਇਹ ਸਾਰੀ ਕੁਆਲਿਟੀ ਆ ਜਾਊਗੀ ਤਾਂ ਉਦੋਂ ਅੰਦਰ ਇਹ ਸੱਤ ਆਤਮਿਆਂ ਦੀ ਜਿਹੜੀ ਸਾਡੇ ਅੰਦਰ ਕੁਆਲਿਟੀ ਆ ਜਾਊਗੀ। ਔਰ ਇੱਕ ਇੱਕ ਵਚਨ ਨੂੰ ਅਸੀਂ ਆਪਣੇ ਮਨ ਦੇ ਵਿੱਚ ਜਮ੍ਹਾਂ ਕਰਨਾ ਹੈ, ਕਿਉਂਕਿ ਖੁਦਾ ਦੇ ਪਾਕ ਨਾਮ 'ਚ ਲਿਖਿਆ ਕਿ ਇਹ ਖੁਦਾ ਤੇਰਾ ਵਚਨ ਮੈਂ ਆਪਣੇ ਮਨ ਦੇ ਅੰਦਰ ਜਮ੍ਹਾਂ ਕਰ ਲਿਆ ਤਾਂ ਜੋ ਤੇਰੇ ਖਿਲਾਫ ਕੋਈ ਪਾਪ ਨਾ ਕਰਾਂ। ਔਰ ਹਮੇਸ਼ਾ ਪ੍ਰਭੂ ਦੇ ਵਚਨਾਂ ਨੂੰ ਯਾਦ ਰੱਖਣਾ ਹੈ। ਔਰ ਮੇਰੇ ਨਾਲ ਭਾਈ ਸਲੀਮ ਦੀ ਸਪੈਸ਼ਲ ਗੱਲ ਕਰਦੇ ਸੀ ਕਿ ਹੋਰ ਵੀ ਕਈ ਤਰ੍ਹਾਂ ਦੇ ਆਤਮੇ ਆ, ਠੀਕ ਹੈ, ਇਹਨਾਂ ਨੂੰ ਵੀ ਡੀਪ ਸਟੱਡੀ ਕੀਤੀ ਹੋਊਗੀ, ਲੇਕਿਨ ਮੈਂ ਤੁਹਾਨੂੰ ਇੱਕ ਸਪੈਸ਼ਲ ਪਹਿਲਾਂ ਵੀ ਕਦੇ ਬਹੁਤ ਵਾਰ ਪੜ੍ਹੇ ਆ ਬਾਈਬਲ ਨੂੰ, ਪਰ ਕਦੀ ਇਸ ਗੱਲ ਵੱਲ ਧਿਆਨ ਨਹੀਂ ਗਿਆ। ਅੱਜ ਮੈਂ ਤੁਹਾਨੂੰ ਇੱਕ ਸਪੈਸ਼ਲ ਵਚਨ ਦੱਸਣਾ ਚਾਹੁੰਦਾ। ਜ਼ਕਰਿਆ 12 ਬਾਬ ਦੀ 10 ਪੜ੍ਹੀਏ। ਜ਼ਕਰਿਆ 12 ਬਾਬ ਦੀ 10 ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਇੱਕ ਮਿੰਟ, ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਜਰੂਸ਼ਲਮ ਦੇ ਵਾਸੀਆਂ ਦੇ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਬਹਾਵਾਂਗਾ। ਕਿਰਪਾ ਅਤੇ ਬੇਨਤੀ ਦਾ ਆਤਮਾ ਬਹਾਵਾਂਗਾ। ਔਰ ਬਸ ਜੀ, ਮੇਰੀ ਵੀ ਇਹੀ ਰੀਝ ਆ ਕਿ ਜਿੰਨੇ ਲੋਕ ਅੱਜ ਤੁਸੀਂ ਇੱਥੇ ਆ, ਪ੍ਰਭੂ ਯਿਸੂ ਮਸੀਹ ਤੁਹਾਡੇ ਸਾਰਿਆਂ ਦੇ ਉੱਤੇ ਕਿਰਪਾ ਔਰ ਬੇਨਤੀ ਦਾ ਆਤਮਾ ਬਹਾਵੇ। ਔਰ ਮੇਰੇ ਜਦੋਂ ਜਿਸ ਘਰ ਦੇ ਉੱਪਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਹੋ ਜਾਊਗੀ, ਜਿਸ ਘਰ ਦੇ ਅੰਦਰ ਜਿਹੜੀਆਂ ਸਾਡੀਆਂ ਬੇਨਤੀਆਂ ਆ ਉਹ ਜਦੋਂ ਯਹੋਵਾ ਪਰਮੇਸ਼ਵਰ ਦੇ ਅੱਗੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਪਹੁੰਚ ਜਾਣਗੀਆਂ ਤੇ ਉਹਨਾਂ ਦੇ ਉੱਤੇ ਕਿਰਪਾ ਹੋ ਜਾਵੇਗੀ। ਔਰ ਮੈਂ ਚਾਹੁੰਦਾ ਕਿ ਤੁਹਾਡੇ ਸਾਰਿਆਂ ਦੇ ਉੱਤੇ ਕਿਰਪਾ ਔਰ ਬੇਨਤੀਆਂ ਵਾਲਾ ਆਤਮਾ ਅੱਜ ਤੁਹਾਡੇ ਘਰਾਂ ਦੇ ਅੰਦਰ ਠਹਿਰ ਜਾਵੇ। ਸੋ ਪਰਮੇਸ਼ਵਰ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ।